ਅੱਜ ਦਾ ਇਹ ਐਪੀਸੋਡ ਇਸ ਪ੍ਰੋਗਰਾਮ ਦੀ ਲੜੀ ਦਾ ਆਖਰੀ ਐਪੀਸੋਡ ਹੈ, ਯਾਨੀ ਆਖਰੀ ਅੰਕ ਹੈ, 7ਵਾਂ ਅੰਕ। ਹੁਣ ਤੱਕ ਤੁਸੀਂ 6 ਅੰਕ ਦੇਖ ਚੁੱਕੇ ਹੋ ਅਤੇ 7ਵੇਂ ਅੰਕ 'ਚ ਅਸਲ ਵਿੱਚ ਸਾਰਾਂਸ਼ ਸਾਰੇ ਪ੍ਰੋਗਰਾਮਾਂ ਦਾ ਅਸੀਂ ਪੇਸ਼ ਕਰ ਜਾ ਰਹੇ ਹਾਂ। ਲਾਈਕ ਇਸ ਤਰ੍ਹਾਂ ਕਿ ਇਸ ਪ੍ਰੋਗਰਾਮ ਨੂੰ ਜੇ ਮੈਂ ਗੱਲ ਕਰਾਂ ਤਾਂ ਆਲਮੋਸਟ ਏ ਈਅਰ, ਕਰੀਬ 1 ਸਾਲ ਲੱਗਾ ਇਹਨੂੰ ਸ਼ਕਲ ਲੈਂਦਿਆਂ, ਇਹਦੇ ਇੰਪਲੀਮੈਂਟ ਹੁੰਦਿਆਂ, ਇਹਨੂੰ ਤਿਆਰ ਕਰਦਿਆਂ, ਬਣਾਉਂਦਿਆਂ। ਅਸਲ ਵਿੱਚ ਇਹ ਪ੍ਰੋਜੈਕਟ ਬੇਸਿਕਲੀ ਆਡੀਓ ਪ੍ਰੋਜੈਕਟ ਸੀ, ਸਿਰਫ ਆਵਾਜ਼ ਦਾ ਪ੍ਰੋਜੈਕਟ ਸੀ ਕਿ ਆਵਾਜ਼ ਰਿਕਾਰਡ ਕਰਕੇ ਅਤੇ ਸਭ ਨੂੰ ਸੁਣਾ ਦਿੱਤੀ ਜਾਊਗੀ। ਲੇਕਿਨ ਜਦੋਂ ਮੈਂ ਕੰਮ ਕਰਨ ਲੱਗਾ ਤਾਂ ਮੈਂ ਸੋਚਿਆ ਕਿ ਇਹਨੂੰ ਵਿਜ਼ੂਅਲ ਵਿੱਚ ਤਬਦੀਲ ਕਰਾਂ ਤਾਂ ਥੋੜ੍ਹਾ ਹੋਰ ਇੰਟਰਸਟਿੰਗ ਹੋ ਜਾਏਗਾ, ਕਿਉਂਕਿ ਇਹੋ ਜਿਹਾ ਸਬਜੈਕਟ, ਖੁਸ਼ਕ ਸਬਜੈਕਟ ਜਿਹਨਾਂ ਨੂੰ ਅਸੀਂ ਕਹੀਏ, ਹਰ ਬੰਦੇ ਦੇ ਵੱਸ ਦਾ ਰੋਗ ਨਹੀਂ ਹੁੰਦੇ। ਇਹਨੂੰ ਸੁਣਨਾ ਵੀ ਇੱਕ ਖਾਸ ਕਿਸਮ ਦੀ ਅਵਸਥਾ, ਮਨੋ ਅਵਸਥਾ ਲੋੜੀਂਦੀ ਹੈ ਇਸ ਕੰਮ ਲਈ, ਅਤੇ ਖਾਸ ਕਿਸਮ ਦੇ ਲੋਕ ਇਸ ਪ੍ਰੋਜੈਕਟ ਨੂੰ ਸੁਣਨ ਵਾਲੇ ਹੁੰਦੇ ਨੇ। ਫਿਰ ਵੀ ਸਾਡੇ ਇਸ ਕੰਮ ਨੂੰ ਸਾਡੇ ਕਵੀ ਮਿੱਤਰਾਂ ਨੇ, ਸਾਡੇ ਪਾਠਕਾਂ ਨੇ, ਸਾਡੇ ਵਿਸ਼ੇਸ਼ ਦਰਸ਼ਕਾਂ ਨੇ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ। ਸਭ ਤੋਂ ਵੱਡੀ ਗੱਲ ਇਸ ਪ੍ਰੋਜੈਕਟ ਦੀ ਇਹ ਹੈ ਕਿ ਇਸ ਵਿੱਚ ਬਹੁਤ ਹੀ ਕੈਨੇਡਾ ਦੇ ਉਮਦਾ ਅਤੇ ਚੁਣਿੰਦੇ ਕਵੀ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ। ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ, ਉਹਨਾਂ ਕਰਕੇ ਹੀ ਇਹ ਪ੍ਰੋਗਰਾਮ ਵੈਲਿਊਏਬਲ ਬਣ ਸਕਿਆ। ਅੱਜ ਦੇ ਇਸ ਪ੍ਰੋਗਰਾਮ ਦਾ ਜਿਹੜਾ ਸਬ ਟਾਈਟਲ ਅਸੀਂ ਰੱਖਿਆ ਉਹ ਹੈ ਬੀਜ ਅਤੇ ਪਰਛਾਵੇਂ, ਸੀਡਸ ਐਂਡ ਸ਼ੈਡੋਜ਼। ਅਤੇ ਉਹਦਾ ਇੱਕ ਜਿਹੜਾ ਮੇਨ ਟਾਈਟਲ ਮੈਂ ਦੇਣਾ ਚਾਹੁੰਦਾ ਸੀ, ਮੈਂ ਸੋਚਦਾ ਸੀ ਇਹਦਾ ਥੀਮ ਕੀ ਆ ਸਾਰੇ 7 ਐਪੀਸੋਡਾਂ ਦਾ, ਤਾਂ ਉਹ ਮੈਨੂੰ, ਜਿਹਦਾ ਜ਼ਿਕਰ ਮੈਂ ਪਿਛਲੇ ਐਪੀਸੋਡ 'ਚ ਵੀ ਕੀਤਾ ਸੀ, ਆਪਣੇ ਪਿੰਡ ਦਾ ਬਾਊ ਦੌਲਤ ਰਾਮ ਬੱਤਿਆਂ ਵਾਲਾ ਯਾਦ ਆ ਗਿਆ ਅਤੇ ਉਹਦੇ ਨਾਂ ਇਸ ਸਾਰੇ ਪ੍ਰੋਜੈਕਟ ਨੂੰ ਕਰਨ ਨੂੰ ਮੇਰਾ ਦਿਲ ਕੀਤਾ। ਤਾਂ ਜਦੋਂ ਬਾਊ ਦੌਲਤ ਰਾਮ ਬੱਤਿਆਂ ਵਾਲੇ ਦੀ ਬੇਸਿਕ ਗੱਲ ਮੈਨੂੰ ਸਮਝ ਆਈ ਕਿ ਡਿਜੀਟਲਾਈਜ਼ ਦੁਨੀਆ ਦਾ ਆਰੰਭ ਉੱਥੋਂ ਹੁੰਦਾ ਹੈ ਮੇਰੇ ਹਿਸਾਬ ਨਾਲ, ਤਾਂ ਫਿਰ ਰਿਕਾਰਡਿੰਗ ਕਰਦਿਆਂ ਨਵਤੇਜ ਭਾਰਤੀ ਹੋਰਾਂ ਨੇ ਇੱਕ ਥਾਂ ਕਿਹਾ ਕਿ ਜਿਹੜੀ ਸਿੱਧ ਗੋਸ਼ਟ ਆ ਉਹ ਹੁਣ ਇੰਟਰਨੈਟ 'ਤੇ ਹੋ ਰਹੀ ਹੈ, ਜ਼ੂਮ 'ਤੇ ਹੋ ਰਹੀ ਹੈ। ਇਹ ਗੱਲ ਵੀ ਮੈਨੂੰ ਅੱਛੀ ਲੱਗੀ, ਤਾਂ ਇਸ ਲਈ ਫਿਰ ਮੈਂ ਉਹਦਾ ਟਾਈਟਲ ਕੱਢਿਆ ਬਾਊ ਦੌਲਤ ਰਾਮ ਬੱਤਿਆਂ ਵਾਲਾ ਅਤੇ ਡਿਜੀਟਲ ਸਿੱਧ ਗੋਸ਼ਟ। ਅਸਲ ਵਿੱਚ ਇਸ ਪ੍ਰੋਜੈਕਟ ਦਾ ਥੀਮ ਹੀ ਇਹ ਹੈ, ਅਤੇ ਇਸ ਬਾਊ ਦੌਲਤ ਰਾਮ ਬੱਤਿਆਂ ਵਾਲੇ ਤੋਂ ਲੈ ਕੇ ਡਿਜੀਟਲ ਸਿੱਧ ਗੋਸ਼ਟ ਤੱਕ ਇਹ ਜਿਹੜੀ ਸਾਰੀ ਗੋਸ਼ਟੀ ਅਸੀਂ ਕੀਤੀ ਹੈ, ਸਾਰੇ ਸੰਵਾਦ ਰਚਾਏ ਆ, ਸਾਰੀਆਂ ਰਿਕਾਰਡਿੰਗਸ ਕੀਤੀਆਂ, ਸਾਂਝੀਆਂ ਕੀਤੀਆਂ ਤੁਹਾਡੇ ਨਾਲ। ਸੋ ਇਹ ਇੱਕ ਨਿੱਕਾ ਜਿਹਾ ਡਿਜੀਟਲ ਪਿੰਡ ਬਣ ਗਿਆ ਇਹ ਸਾਡਾ ਪ੍ਰੋਗਰਾਮ। ਅਸੀਂ ਕੋਸ਼ਿਸ਼ ਕਰਾਂਗੇ ਕਿ ਡਿਜੀਟਲ ਯੁੱਗ ਨਾਲ ਮੇਲ ਖਾਂਦੀਆਂ ਕੁਛ ਅੱਛੀਆਂ ਹੋਰ ਗੱਲਾਂ ਥੋੜ੍ਹੀ ਨਜ਼ਰ ਕਰ ਸਕੀਏ। ਹਜੇ ਉਹਦੇ ਬਾਰੇ ਰੂਪ ਰੇਖਾ ਮੈਂ ਕੁਛ ਨਹੀਂ ਕਹਿ ਸਕਦਾ, ਪਰ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਅਸੀਂ ਕੁਛ ਇਸ ਤਰ੍ਹਾਂ ਦਾ ਕੰਮ ਕਰਨਾ ਚਾਹਾਂਗੇ ਕਿ ਜਿਹੜੀਆਂ ਪੰਜਾਬੀ ਦੀਆਂ ਅੱਛੀਆਂ ਪੋਇਮਸ ਵਿਜ਼ੂਲਾਈਜ਼ ਕੀਤੀਆਂ ਜਾ ਸਕੀਆਂ, ਪੰਜਾਬੀ ਦੀਆਂ ਅੱਛੀਆਂ ਪੋਇਮਸ ਨੂੰ ਪ੍ਰੋਜੈਕਟ ਕੀਤਾ ਜਾ ਸਕੇ। ਦੁਨੀਆ ਦੀਆਂ ਹੋਰ ਪੋਇਟਰੀ, ਸਾਡੇ ਕੋਲ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਤਾਂ ਇਹ ਸੰਭਵ ਹੋ ਰਿਹਾ ਕਿ ਹੋਰ ਭਾਸ਼ਾਵਾਂ ਦੀ ਪੋਇਟਰੀ ਸਾਡੇ ਕੋਲ ਪਹੁੰਚੇ, ਪਰ ਉਹ ਵਿਜ਼ੂਲਾਈਜ਼ ਰੂਪ 'ਚ ਕਿਵੇਂ ਪਹੁੰਚੇ, ਦੈਟ ਵਿਲ ਬੀ ਮੋਰ ਇਫੈਕਟਿਵ, ਮੋਰ ਅਟਰੈਕਟਿਵ, ਮੋਰ ਮੈਮੋਰੇਬਲ। ਸੋ ਇਸ ਪਾਸੇ ਨੂੰ ਇੱਕ ਕਦਮ ਪੱਟਣ ਦੀ ਮੈਂ ਲੋੜ ਸਮਝ ਰਿਹਾ ਹਾਂ। ਸ਼ਾਇਦ ਇਹ ਗੱਲ ਸਿਰੇ ਲੱਗੇ। ਲੈਟਸ ਹੋਪ ਕਿ ਅੱਗੇ ਅਸੀਂ ਕੁਛ ਹੋਰ ਸ਼ਾਖਾਵਾਂ 'ਤੇ ਕੰਮ ਕਰ ਸਕੀਏ, ਪੰਜਾਬੀ ਕਵਿਤਾ ਨੂੰ ਹੋਰ ਨਵੀਆਂ ਦਿਸ਼ਾਵਾਂ ਦੇ ਸਕੀਏ।
ਇਹ ਪ੍ਰੋਬਲਮ ਥੋੜੀ ਜਿਹੀ ਫਿਲਾਸਫੀਕਲ ਹੈ। ਹੁਣ ਸਪੇਸ ਦਾ ਜਿਹੜਾ ਕਾਨਸੈਪਟ ਹੈ ਉਹ ਖਤਮ ਹੁੰਦਾ ਜਾ ਰਿਹਾ ਹੈ। ਅੱਗੇ ਫਿਜ਼ੀਕਲ ਸਪੇਸ ਜਿਹੜੀ ਸੀ ਉਹ ਬਹੁਤ ਇੰਪੋਰਟੈਂਟ ਸੀ। ਇਹ ਕੰਪਿਊਟਰ ਨੇ ਤੇ ਟੈਕਨੋਲੋਜੀ ਨੇ ਸਭ ਤੋਂ ਵੱਧ ਜਿਹੜਾ ਇੰਪੈਕਟ, ਸਭ ਤੋਂ ਵੱਧ ਪ੍ਰਭਾਵ ਪਾਇਆ ਉਹ ਇਲੂਮੀਨੇਸ਼ਨ ਜਿਹੜੀ ਸਪੇਸ ਦੀ ਹੈ। ਤੁਸੀਂ ਬਰੈਂਪਟਨ ਜਾਂ ਟੋਰਾਂਟੋ ਬੈਠੋ, ਮੈਂ ਇੱਥੇ ਬੈਠਾ, ਕਿਸੇ ਨਾਲ ਗੱਲਾਂ ਕਰ ਰਹੇ ਹਾਂ। ਉਹ ਜ਼ੂਮ ਤੇ ਅਸੀਂ ਇਕੱਠੇ ਬੈਠੇ ਹਾਂ, ਇਕੱਠੇ ਬੈਠ ਕੇ ਡਿਸਕਸ ਕਰ ਰਹੇ ਹਾਂ। ਗੋਸ਼ਟੀ ਜਿਹੜੀ ਹੈ ਸਿੱਧ ਗੋਸ਼ਟ ਉਹ ਜ਼ੂਮ ਤੇ ਹੋ ਰਹੀ ਹੈ। ਸੋ ਉਹ ਜਿਹੜਾ ਸਪੇਸ ਦਾ ਸੀ ਨਾ, ਉਹ ਸਪੇਸ ਖਤਮ ਕਰ ਦਿੱਤੀ ਇਹਨੇ। ਡਿਜੀਟਲ ਫਾਰਮ ਨੂੰ ਵੀ ਸਾਂਭਣ ਦੀ ਲੋੜ ਹੈ। ਇਹ ਹੈ ਕਿ ਹਰ ਕਵੀ ਆਪੋ ਆਪਣੇ ਹਿਸਾਬ ਨਾਲ ਕੰਪਿਊਟਰ ਤੇ ਕਵਿਤਾਵਾਂ ਲਿਖੀ ਜਾ ਰਿਹਾ, ਤੇ ਜਿਹੜਾ ਕੋਈ ਇੱਕ ਪਲੇਟਫਾਰਮ ਹੈ ਜਾਂ ਇੱਕ ਫੋਰਮ ਬਣਾਉਣਾ ਹੈ, ਚਾਹੇ ਉਹ ਡਿਜੀਟਲ ਹੈ, ਚਾਹੇ ਉਹ ਕਲਮਾਂ ਦਾ ਕਾਫਲੇ ਵਾਲਾ ਸਾਹਿਤ ਸਭਾ ਦਾ ਕੰਮ ਹੈ, ਉਹ ਹੈ ਜ਼ਰੂਰਤ ਉਹਦੀ ਕਿ ਜਿਹੜਾ ਆਦਾਨ ਪ੍ਰਦਾਨ ਹੈ ਉਹ ਕਵਿਤਾ ਦੀ ਸਿਰਜਣਾ ਵਾਸਤੇ ਵੀ ਜ਼ਰੂਰੀ ਹੈ, ਤੇ ਕਵਿਤਾ ਦੀ ਸੰਭਾਲ ਵਾਸਤੇ ਵੀ ਜ਼ਰੂਰੀ ਹੈ। ਤੁਹਾਡਾ ਕੰਮ ਤਾਂ ਕਵਿਤਾ ਦੀ ਨੂੰ ਇੱਕ ਥਾਂ ਕਰਕੇ ਸੰਭਾਲਣ ਦਾ ਹੈ ਕਿ ਖਰੀਦਰ ਜਿਹੜਾ ਉਹ ਜੇ ਚਾਹੁੰਦਾ ਕਿ ਕੈਨੇਡਾ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਕਿਹੋ ਜਿਹੀ ਹੈ, ਉਹਦਾ ਰੰਗ ਰੂਪ ਕਿਹੋ ਜਿਹਾ, ਉਹ ਮਨੁੱਖ ਦੀਆਂ ਸਮੱਸਿਆਵਾਂ ਨੂੰ ਜਾਂ ਮਨੁੱਖ ਦੇ ਦੁੱਖ ਸੁੱਖ ਨੂੰ ਕਿਵੇਂ ਪੇਸ਼ ਕਰਦੀ ਹੈ, ਤਾਂ ਉਹ ਕਿੱਥੋਂ ਜਾਵੇ, ਕਿੱਥੋਂ ਦੇਖੇ। ਉਹ ਫੇਸਬੁੱਕ ਬੜਾ ਸਮੁੰਦਰ ਹੈ, ਉਹਦੇ ਤੇ ਟਾਈਮ ਵੇਸਟ ਕਰੇ ਜਾਂ ਅੱਡੋ ਅੱਡ ਜਿੱਥੇ ਕਿਸੇ ਹੋਰ ਪਲੇਟਫਾਰਮ ਤੇ। ਸੋ ਇਹ ਤੁਹਾਡਾ ਕੰਮ ਤਾਂ ਬੜਾ ਵਧੀਆ ਹੈ। ਇਸ ਤੋਂ ਪਹਿਲਾਂ ਮੈਂ ਤਾਂ ਕਲਮ ਤੇ ਪੇਪਰ ਹੀ ਵਰਤਦਾ ਸੀ, ਜਿਵੇਂ ਕਿ ਆਮ ਸਾਡੇ ਲੇਖਕ ਜਿਹੜੇ ਪੰਜਾਬੀ ਦੇ ਆ, ਕਵੀ ਵੀ ਤੇ ਸ਼ਾਇਰ ਲੇਖਕ, ਉਹ ਵਰਤਦੇ ਸਨ ਇੱਕ ਤਰ੍ਹਾਂ ਨਾਲ ਕਲਾਸੀਕਲ ਮੈਥਡ। ਉਹ ਅਜੇ ਵੀ ਵਧੀਆ ਲੱਗਦਾ। ਵੈਸੇ ਉਹ ਸ਼ਾਇਦ ਉਹਦੇ 'ਚ ਹੱਥ ਨਾਲ ਲਿਖਣ ਵਿੱਚ ਇੱਕ ਵਿਸ਼ੇਸ਼ ਕਲਾ, ਆਰਟ ਹੈ ਜਿਹੜੀ ਤੁਸੀਂ ਇੰਜੋਏ ਕਰਦੇ ਹੋ। ਅਤੇ ਵੈਸੇ ਵੀ ਕਲਮ ਨਾਲ ਜਦੋਂ ਤੁਸੀਂ ਲਿਖਦੇ ਆਪਣੇ ਹੱਥ ਨਾਲ, ਤਾਂ ਤੁਹਾਡੀ ਆਤਮਾ ਦੇ ਅੰਦਰੀਵ ਜਿਹੜੇ ਤੁਹਾਡੇ ਅਹਿਸਾਸ ਹੈ ਉਹਨਾਂ ਦੇ ਜ਼ਿਆਦਾ ਨੇੜ ਲੱਗਦੇ। ਪਰ ਫਿਰ ਵੀ ਇਹਦੇ ਮੁਕਾਬਲੇ ਜਿਹੜਾ ਡਿਜੀਟਲ ਸਾਧਨ ਹੈਗੇ ਉਹ ਪਾਵਰਫੁਲ ਬਹੁਤ ਆ, ਅਤੇ ਉਹ ਤੁਹਾਡੇ ਇੱਕ ਤਰ੍ਹਾਂ ਨਾਲ ਲਿਖਣ ਨੂੰ ਉਤਸ਼ਾਹਤ ਵੀ ਜ਼ਿਆਦਾ ਕਰ ਸਕਦੇ ਆ। ਇੱਕ ਇਹ ਵੀ ਗੱਲ ਹੈ ਕਿ ਡਿਜੀਟਲ ਸਾਧਨ ਵਰਤ ਕੇ ਕਵਿਤਾ ਨੂੰ ਸਗੋਂ ਹੋਰ ਬਲ ਮਿਲੂਗਾ, ਕਿਉਂਕਿ ਕਿਤਾਬਾਂ ਛਾਪਣ ਵਿੱਚ, ਪ੍ਰਕਾਸ਼ਿਤ ਕਰਨ ਵਿੱਚ ਬਹੁਤ ਸਹੂਲਤ ਹੋ ਗਈ ਡਿਜੀਟਲ ਮੀਡੀਆ ਦੇ ਆਉਣ ਨਾਲ। ਡਿਜੀਟਲ ਮੀਡੀਆ ਦੇ ਆਉਣ ਨਾਲ ਕਵਿਤਾ ਨੂੰ ਰਿਵਾਈਜ਼ ਕਰਨਾ, ਕਵਿਤਾ ਨੂੰ ਰੂਪ ਦੇਣਾ, ਗੈਟਅਪ ਉਹਦੀ ਬਣਾਉਣੀ ਬਹੁਤ ਈਜ਼ੀ ਹੋ ਗਿਆ। ਸੋ ਸਗੋਂ ਡਿਜੀਟਲ ਮੀਡੀਆ ਦੇ ਆਉਣ ਨਾਲ ਮੇਬੀ ਪੁਸਤਕ ਦਾ ਰੂਪ ਤਾਂ ਹੋਰ ਨਿਖਰੂਗਾ ਹੀ, ਅਤੇ ਸ਼ਾਇਦ ਉਸ ਨੂੰ ਉਹਦਾ ਸਰਵਾਈਵਲ ਵੀ ਐਕਚੁਅਲੀ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋ ਜਾਵੇ। ਸੋ ਮੇਰੇ ਕਹਿਣ ਦਾ ਭਾਵ ਹੈ ਕਿ ਜਿਹੜਾ ਡਿਜੀਟਾਈਜੇਸ਼ਨ ਹੈ ਕਵਿਤਾ ਦੀ, ਉਹ ਸਿਰਫ ਅਸੀਂ ਉਹ ਡਿਸਟਰੀਬਿਊਸ਼ਨ ਅਤੇ ਜ਼ਿਆਦਾ ਲੋਕਾਂ ਤੱਕ ਪਹੁੰਚ ਅਤੇ ਐਡੀਟਿੰਗ ਅਤੇ ਉਹ ਸਿਰਫ ਇਹਨਾਂ ਆਸਪੈਕਟਸ 'ਤੇ ਹੀ ਨਹੀਂ ਰਹਿਣਾ ਚਾਹੀਦਾ। ਸਾਨੂੰ ਨਵੇਂ ਐਕਸਪੈਰੀਮੈਂਟ ਵੀ ਕਰ ਲੈਣੇ ਚਾਹੀਦੇ ਹੈਗੇ ਆ, ਸੋਚਣੇ ਚਾਹੀਦੇ ਹੈਗੇ ਆ, ਔਰ ਇਹਦੀਆਂ ਸੰਭਾਵਨਾਵਾਂ ਬਹੁਤ ਆ। ਅਜੇ ਤਾਂ ਇਹ ਸ਼ੁਰੂ ਹੀ ਹੋਇਆ, ਅਜੇ ਤਾਂ 3-4 ਡੈਕੇਡਸ ਮਤਲਬ ਸ਼ੁਰੂ ਹੀ ਹੋਇਆ ਇੰਟਰਨੈਟ ਅਤੇ ਕੰਪਿਊਟਰ
ਗਾਂ ਇਹਨਾਂ ਦੀਆਂ ਗਾਂ ਜਿਹੜਾ ਡਿਜੀਟਲ ਵਰਲਡ ਆ ਰਿਹਾ ਉਹਦੇ 'ਚ ਬਹੁਤ ਸੰਭਾਵਨਾਵਾਂ ਤੇ ਬਹੁਤ ਅਜਿਹੀਆਂ ਗੱਲਾਂ ਆਉਣਗੀਆਂ ਜਿਹੜੀਆਂ ਅਸੀਂ ਕਿਆਸ ਵੀ ਨਹੀਂ ਕਰ ਸਕਦੇ। ਸੋ ਪੰਜਾਬੀ ਕਵੀਆਂ ਲਈ ਇਹ ਬੜਾ ਜ਼ਰੂਰੀ ਹੈ ਕਿ ਉਹ ਜਿਹੜੀ ਕਵਿਤਾ ਦੀ ਡਿਜੀਟਾਈਜੇਸ਼ਨ ਹੈ ਉਹਨੂੰ ਸਮਝਣ, ਵਰਤਣ, ਉਹਦੇ ਨਾਲ ਉਹਦਾ ਅਭਿਆਸ ਕਰਨ, ਐਕਸਪੈਰੀਮੈਂਟ ਕਰਨ, ਉਹਦੇ ਨਵੇਂ ਉਹਦੇ ਪਹਿਲੂਆਂ ਤੋਂ ਵਾਕਫ ਹੋਣ। ਜਿਹੜੇ ਪੁਰਾਣੇ ਸ਼ਾਇਰਾਂ ਚੋਂ ਚਰਚਿਤ ਸੀਗੇ ਉਹਨਾਂ ਵਿੱਚ ਗੁਰਚਰਨ ਰਾਮਪ੍ਰੀਤ ਸੀਗੇ। ਉਹ ਵੈਨਕੂਵਰ ਦੇ ਇਲਾਕੇ ਦੇ ਵਿੱਚ ਰਹਿੰਦੇ ਸੀਗੇ। ਤਾਂ ਪੁਰਾਣੇ ਸ਼ਾਇਰਾਂ ਚੋਂ ਤਾਂ ਮੇਰਾ ਖਿਆਲ ਹੈ ਉਹੀ ਇੱਥੇ ਚਰਚਿਤ ਸੀਗੇ। ਇਹ 1975 ਵਿੱਚ ਆਇਆ ਇੱਥੇ ਕੈਨੇਡਾ ਵਿੱਚ। ਤਾਂ ਉਦੋਂ ਕੀ ਤਕਰੀਬਨ ਇਕਬਾਲ ਰਾਮੂਵਾਲੀਆ ਇੱਥੇ ਆਇਆ ਤੇ ਇਸੇ ਤਰ੍ਹਾਂ ਸੁਰਿੰਦਰ ਤੰਜਲ 1972 ਵਿੱਚ ਆਇਆ ਇੱਥੇ। ਔਰ ਰਵਿੰਦਰ ਰਵੀ ਬ੍ਰਿਟਿਸ਼ ਕੋਲੰਬੀਆ ਚ ਆਇਆ, ਉਹ ਵੀ ਤਕਰੀਬਨ 1974 ਜਾਂ 75 ਚ ਆਇਆ। ਤਾਂ ਉਹਨਾਂ ਦਿਨਾਂ ਚ ਅਜਮੇਰ ਰੋਡੇ ਵੀ ਮੇਰਾ ਖਿਆਲ ਸਾਡੇ ਤੋਂ ਥੋੜੀ ਜਿਹੀ ਦੇਰ ਪਹਿਲੇ ਆਇਆ। ਤਾਂ ਇਹ ਤਕਰੀਬਨ ਸ਼ਾਇਰ ਸੀ ਜਿਨ੍ਹਾਂ ਦਾ ਉਹਨਾਂ ਦਿਨਾਂ ਦੇ ਵਿੱਚ ਚਰਚਾ ਸੀਗਾ। ਮੇਰਾ ਖਿਆਲ ਹੈ ਪੰਜਾਬੀ ਦੇ 80% ਤੋਂ ਜ਼ਿਆਦਾ ਜਿਹੜੇ ਲੇਖਕ ਨੇ ਉਹਨਾਂ ਨੂੰ ਈਮੇਲ ਸਿਸਟਮ ਦਾ ਨਹੀਂ ਪਤਾ, ਉਹਨਾਂ ਨੂੰ ਟੈਕਸਟ ਮੈਸੇਜ ਦਾ ਨਹੀਂ ਪਤਾ। ਤੇ ਕੈਨੇਡਾ ਵਿੱਚ ਵੀ ਬਹੁਤ ਲੇਖਕ ਨੇ ਜਿਹੜੇ ਉਹ ਕੰਪਿਊਟਰ ਟੈਕਨੋਲੋਜੀ ਦੇ ਨਾਲ ਨਹੀਂ ਜੁੜੇ ਹੋਏ। ਤਾਂ ਇਹ ਕੋਈ ਬਲਕਿ ਹੈਰਾਨੀ ਵਾਲੀ ਵੀ ਕੋਈ ਗੱਲ ਨਹੀਂ, ਪਰ ਜਿਹੜੀ ਕੰਪਿਊਟਰ ਟੈਕਨੋਲੋਜੀ ਜਾਂ ਡਿਜੀਟਲ ਟੈਕਨੋਲੋਜੀ ਇਹਦਾ ਯੁੱਗ ਹੈ ਹੁਣ। ਪਰ ਇਹ ਨਹੀਂ ਅਸੀਂ ਕਹਿ ਸਕਦੇ ਕਿ ਹਰ ਕੋਈ ਜਿਹੜਾ ਡਿਜੀਟਲ ਟੈਕਨੋਲੋਜੀ ਦੇ ਨਾਲ ਜੁੜੇਗਾ। ਹਾਂ ਬਿਲਕੁਲ, ਜਿਵੇਂ ਮੈਂ ਪਹਿਲੇ ਕਹਿ ਕੇ ਹਟਿਆ ਕਿ ਲੋੜ ਹੈ ਇਹਦੀ ਇੱਕ ਵਧੀਆ ਕੰਪਿਊਟਰ ਡਿਜੀਟਲ ਪਲੇਟਫਾਰਮ ਉਸਾਰਿਆ ਜਾਵੇ, ਪਰ ਉਹਦੇ 'ਚ ਇਹ ਧਿਆਨ ਰੱਖਿਆ ਜਾਵੇ ਕਿ ਕਿਸੇ ਨਾਲ ਕੋਈ ਪੱਖਪਾਤ ਨਾ ਹੋਵੇ। ਚੰਗਾ ਪੰਜਾਬੀ ਸਾਹਿਤ ਹੈ ਜਿਹੜਾ ਉਹ ਲੋਕਾਂ ਨੂੰ ਦਿੱਤਾ ਜਾਵੇ ਔਰ ਉਹਦੀ ਜਿਹੜੀ ਚੰਗੀ ਤਰ੍ਹਾਂ ਉਹਨੂੰ ਪੇਸ਼ ਕੀਤਾ ਜਾਵੇ। ਹੁਣ ਵੀ ਕਈ ਬੰਦੇ ਆ ਜਿਹੜੇ ਡਿਜੀਟਲ ਟੈਕਨੋਲੋਜੀ ਦਾ ਉਹਨਾਂ ਨੇ ਪਲੇਟਫਾਰਮ ਸਾਰੇ ਨੇ ਪਰ ਉਹ ਬੜੇ ਘਟੀਆ ਤਰ੍ਹਾਂ ਦੇ ਪਲੇਟਫਾਰਮ ਸਾਰੇ ਨੇ। ਉਹ ਦੇਖਦੇ ਹੀ ਨਹੀਂ ਕਿ ਉਹ ਤੁਸੀਂ ਜਿਹੜਾ ਸਾਫਟਵੇਅਰ ਯੂਜ਼ ਕਰ ਰਹੇ ਹੋ ਉਹ ਪੜ੍ਹਨ ਯੋਗ ਵੀ ਹੈ ਕਿ ਨਹੀਂ। ਇੱਕ ਤਾਂ ਇਹ ਧਿਆਨ ਚ ਰੱਖਿਆ ਜਾਵੇ ਜਦੋਂ ਤੁਸੀਂ ਡਿਜੀਟਲ ਟੈਕਨੋਲੋਜੀ ਨੂੰ ਯੂਜ਼ ਕਰਨਾ ਤਾਂ ਬੜੇ ਵਧੀਆ ਸਾਫਟਵੇਅਰ ਹੋਵੇ, ਹਰ ਤਰ੍ਹਾਂ ਦੀ ਪ੍ਰੈਜੈਂਟੇਸ਼ਨ ਵਧੀਆ ਹੋਵੇ, ਦੇਖਣ 'ਚ ਵੀ ਵਧੀਆ ਲੱਗੇ ਜਿਹੜਾ ਪਲੇਟਫਾਰਮ ਹੈ ਤੁਹਾਡਾ, ਤੇ ਪੜ੍ਹਨ 'ਚ ਵੀ ਵਧੀਆ ਹੋਵੇ। ਜੋ ਆਨੰਦ, ਜੋ ਆਤਮਿਕ ਸਕੂਨ ਇੱਕ ਕਿਤਾਬ ਦੇ ਸਕਦੀ ਹੈ ਉਹ ਸਾਨੂੰ ਸਕਰੀਨ ਕਦੇ ਵੀ ਨਹੀਂ ਦੇ ਸਕਦੀ। ਕਿਉਂਕਿ ਅਸੀਂ ਕਿਸੇ ਦੀ ਕਵਿਤਾ ਤੋਂ ਜਾਣੂ ਤਾਂ ਹੋ ਸਕਦੇ ਹਾਂ ਸਕਰੀਨ ਦੇ ਉੱਤੇ ਪੜ੍ਹ ਕੇ, ਪਰ ਉਹਦੇ ਵਿੱਚ ਭਿੱਜ ਨਹੀਂ ਸਕਦੇ ਜਿੰਨਾ ਅਸੀਂ ਕਿਤਾਬ ਰਾਹੀਂ ਪੜ੍ਹ ਕੇ ਭਿੱਜ ਸਕਦੇ ਹਾਂ, ਉਹਦੇ 'ਚ ਖੁੱਭ ਸਕਦੇ ਹਾਂ। ਕਿਉਂਕਿ ਜੋ ਕਲਮ, ਦਵਾਤ, ਕਾਗਜ਼, ਕਿਤਾਬ, ਇਹ ਸਾਰੇ ਸਿਲਸਿਲੇ ਦਾ ਜੋ ਇਸ ਪ੍ਰਕਿਰਿਆ ਦੇ ਵਿੱਚ ਪੈ ਕੇ ਜੋ ਅਸੀਂ ਲਿਖਣ ਦਾ ਜਿਹੜਾ ਸਾਡਾ ਰੁਝਾਨ ਹੈ, ਇਹਦੇ ਵਿੱਚ ਇੱਕ ਆਪਣੀ ਵੱਖਰੀ ਤਰ੍ਹਾਂ ਦਾ ਹੁਲਾਸ ਹੈ ਜਿਹੜਾ ਕਿ ਕਵੀ ਅਤੇ ਪਾਠਕ ਪੜ੍ਹਨ ਵਾਲਾ ਕਵੀ ਲਿਖਣ ਵੇਲੇ ਅਤੇ ਪੜ੍ਹਨ ਵੇਲੇ ਪਾਠਕ ਦੋਹੇ ਹੀ ਉਸ ਹੁਲਾਸ ਨੂੰ ਮਾਣਦੇ ਨੇ। ਮੇਰਾ ਨਹੀਂ ਖਿਆਲ ਕਿ ਸਕਰੀਨ ਦੇ ਉੱਤੋਂ ਉਸ ਤਰ੍ਹਾਂ ਦੇ ਅਹਿਸਾਸ ਸ਼ਾਇਰ ਦੇ ਸਮਝੇ ਜਾ ਸਕਦੇ ਨੇ ਜਾਂ ਪਾਠਕ ਉਸ ਪ੍ਰਕਿਰਿਆ ਦੇ ਵਿੱਚ ਵਿਚਰ ਸਕਦਾ ਜਿਹੜੀ ਪ੍ਰਕਿਰਿਆ ਵਿੱਚ ਪੈ ਕੇ ਸ਼ਾਇਰ ਨੇ ਉਹ ਸ਼ਬਦ ਲਿਖੇ ਹੁੰਦੇ ਆ। ਸੋ ਇਹ ਇੱਕ ਬੜਾ ਵੱਡਾ ਡਰ ਵੀ ਹੈ। ਸੋ ਇਹਦੇ ਬਾਰੇ ਬੇਸ਼ੱਕ ਬਹੁਤ ਕੰਪਿਊਟਰ ਦਾ ਇੰਨਾ ਪ੍ਰਚਲਨ ਹੋ ਗਿਆ ਵੀ ਇਹ ਜ਼ਰੂਰੀ ਵੀ ਹੋ ਗਿਆ, ਪਰ ਇਹਦੇ ਨਾਲ ਮੈਂ ਸਮਝਦਾ ਇਹਦਾ ਇੱਕ ਛੋਟਾ ਜਿਹਾ ਹੱਲ ਤਾਂ ਇਹ ਹੈ, ਬੇਸ਼ੱਕ ਇਹ ਵਧੀਆ ਨਹੀਂ ਹੈ ਪੂਰਾ, ਪਰ ਫਿਰ ਵੀ ਇੱਕ ਆਰਜੀ ਹੱਲ ਹੈ ਕਿ ਜੇ ਕੋਈ ਨਵੀਂ ਕਿਤਾਬ ਕਿਸੇ ਦੀ ਛਪਦੀ ਹੈ ਤਾਂ ਉਸ ਨੂੰ ਕੁਛ ਦੇਰ ਬਾਅਦ ਕੰਪਿਊਟਰ 'ਤੇ ਚੜ੍ਹਾਇਆ ਜਾਵੇ। ਇਹ ਨਹੀਂ ਕਿ ਤੁਰਤ ਹੀ ਉਸੇ ਵੇਲੇ ਤੁਸੀਂ ਉਹਦੀ ਕਿਤਾਬ ਅੱਜ ਆਈ ਕੱਲ੍ਹ ਨੂੰ PDF ਤੁਸੀਂ ਆਪਾਂ ਉਹਦੇ 'ਚ ਪਾ ਦਈਏ ਤਾਂ ਕਿ ਛੇਤੀ ਸਾਰੀ ਦੁਨੀਆ ਦੇ ਪਾਠਕਾਂ ਕੋਲੇ ਚਲੀ ਜਾਵੇ।
ਸੋ ਇਹਦੇ ਨਾਲੋਂ ਚੰਗਾ ਇਹੀ ਹੈ ਕਿ ਉਸ ਨੂੰ ਕੁਛ ਸਾਲ 5-7 ਸਾਲ 10 ਸਾਲ ਠਹਿਰ ਕੇ ਜਦੋਂ ਉਹ ਲੱਗੇ ਇਸ ਤਰ੍ਹਾਂ ਕਿ ਹੁਣ ਬਹੁਤ ਸਾਰੇ ਲੋਕਾਂ ਨੇ ਇਹ ਕਿਤਾਬੀ ਸ਼ਕਲ 'ਚ ਪੜ੍ਹ ਲਈ ਹੈ, ਉਸ ਵੇਲੇ ਇੰਟਰਨੈਟ 'ਤੇ ਪਾਈ ਜਾਵੇ ਤਾਂ ਉਹ ਕਿਤਾਬ ਵੀ ਪ੍ਰੀਜ਼ਰਵ ਹੋ ਜਾਂਦੀ ਹੈ ਸਦਾ ਵਾਸਤੇ ਨੈੱਟ 'ਤੇ, ਅਤੇ ਨਾਲ ਇਹ ਹੈ ਕਿ ਉਹ ਜਿਹੜੀ ਉਹਦੀ ਭਾਵਨਾ ਹੈਗੀ ਕਿਤਾਬ ਦੀ ਉਹ ਵੀ ਬਰਕਰਾਰ ਰਹਿੰਦੀ ਹੈ। ਵੀ ਜਿਹੜੇ ਹੈਗੇ ਉਹ ਜ਼ਿਆਦਾ ਬਹੁਤ ਇੱਕ ਤਰ੍ਹਾਂ ਦਾ ਉਹਨਾਂ ਦਾ ਲੋਕਾਂ 'ਤੇ ਵੀ ਅਸਰ ਜ਼ਿਆਦਾ ਹੁੰਦਾ ਹੈ ਅਤੇ ਆਪਸ ਵਿੱਚ ਵੀ ਉਹਨਾਂ ਦੀ ਕਾਫੀ ਉਹ ਹੁੰਦਾ ਹੈਗਾ ਮੇਲ ਜੋਲ ਹੁੰਦਾ ਦੂਜੇ ਲੇਖਕਾਂ ਨਾਲੋਂ ਜ਼ਿਆਦਾ, ਕਿਉਂਕਿ ਦੂਜੇ ਲੇਖਕ ਤਾਂ ਆਪਣੇ ਜ਼ਿਆਦਾ ਉਹਨਾਂ ਲਈ ਹੋਰ ਤਰ੍ਹਾਂ ਦਾ ਵਕਤ ਹੈ, ਹੋਰ ਤਰ੍ਹਾਂ ਦੀ ਰੁਚੀ ਹੁੰਦੀ ਉਹਨਾਂ ਦੀ। ਲੇਕਿਨ ਪੋਇਟ ਜਿਹੜੇ ਆਮ ਤੌਰ 'ਤੇ ਦੇਖੇ ਜਾਂਦੇ ਕਿ ਉਹ ਜ਼ਿਆਦਾ ਮਿਲਣਸਾਰ, ਜ਼ਿਆਦਾ ਇੱਕ ਦੂਜੇ ਨਾਲ ਬੈਠ ਕੇ ਗੱਲਬਾਤ ਕਰਨ ਵਾਲੇ ਹੁੰਦੇ ਆ, ਅਤੇ ਇਸ ਕਰਕੇ ਜਿਹੜੀ ਘੱਟੋ ਘੱਟ ਪੰਜਾਬੀ ਕਵੀ ਜਿਹੜੇ ਹੈਗੇ ਉਹਨਾਂ ਨੂੰ ਜ਼ਰੂਰ ਇਕੱਠੇ ਹੋਣਾ ਚਾਹੀਦਾ ਹੈ ਕੈਨੇਡਾ ਦੇ ਵਿੱਚ ਰਹਿਣ ਵਾਲੇ ਵੱਖ-ਵੱਖ ਜਗ੍ਹਾ 'ਤੇ, ਤਾਂ ਕਿ ਉਹ ਕੋਈ ਸਾਂਝਾ ਪਲੇਟਫਾਰਮ ਹੋਵੇ ਜਿੱਥੇ ਉਹ ਮਤਲਬ ਇਕੱਠੇ ਹੋ ਕੇ ਆਪਣੀ ਗੱਲਬਾਤ ਕਰ ਸਕਣ ਅਤੇ ਰਚਨਾਵਾਂ ਇੱਕ ਦੂਜੇ ਨੂੰ ਪੜ੍ਹਾ ਸਕਣ, ਦੇ ਸਕਣ, ਕਿਤਾਬਾਂ ਦੀ ਆਦਾਨ ਪ੍ਰਦਾਨ ਕਰ ਸਕਣ ਅਤੇ ਇਹ ਸੋਚ ਸਕਣ, ਗਾਹਾਂ ਵਿਚਾਰ ਕਰ ਸਕਣ ਕਿ ਪੰਜਾਬੀ ਸਾਹਿਤ ਨੂੰ ਹੋਰ ਵੀ ਕਿੱਦਾਂ ਪ੍ਰਫੁੱਲਿਤ ਕੀਤਾ ਜਾ ਸਕੇ। ਜੇ ਅਸੀਂ ਕੈਨੇਡੀਅਨ ਪੋਇਟਸ ਜਾਂ ਉਹਨਾਂ ਦੀ ਕਵਿਤਾ ਨੂੰ ਇਕੱਠਾ ਕਰਨਾ ਹੋਵੇ ਤਾਂ ਡਿਜੀਟਲ ਪਲੇਟਫਾਰਮ ਹੀ ਸਭ ਤੋਂ ਸੌਖਾ, ਉਹੀ ਇਫੈਕਟਿਵ ਹੋਏਗਾ। ਹਰ ਕੋਈ ਆਪਣੇ ਘਰ ਬੈਠਾ ਵੀ ਉਹਦੇ 'ਚ ਕੰਟਰੀਬਿਊਟ ਕਰ ਸਕਦਾ। ਤੇ ਵੈਸੇ ਜਿਹੜੇ ਕੈਨੇਡੀਅਨ ਪੰਜਾਬੀ ਪੋਇਟ ਨੇ, ਪੰਜਾਬ ਦੇ ਪੋਇਟਸ ਦੀ ਤਰ੍ਹਾਂ ਉਹਨਾਂ ਦੇ ਵਿੱਚ ਵੀ ਕਾਫੀ ਵੰਡ ਹੈ। ਅਸੀਂ ਖੱਬੇ ਤੇ ਸੈਂਟਰ 'ਚ ਵੰਡੇ ਹੋਏ ਹਾਂ। ਪਹਿਲੀ ਗੱਲ ਤਾਂ ਅਸੀਂ ਇਸ ਗੱਲ 'ਚ ਵੰਡੇ ਹਾਂ ਵੀ ਕਿਸੇ ਕੁਝ ਲੋਕ ਪੱਕੀ ਤਰ੍ਹਾਂ ਇਸ ਗੱਲ ਤੇ ਨੇ ਬਈ ਕਵਿਤਾ ਲੋਕ ਪੱਖੀ ਹੀ ਹੋਣੀ ਚਾਹੀਦੀ ਹੈ, ਦੂਜੀ ਕਵਿਤਾ ਦਾ ਕੋਈ ਵੈਲਿਊ ਨਹੀਂ। ਦੂਜੇ ਲੋਕ ਇਸ ਗੱਲ ਨੂੰ ਨਹੀਂ ਮੰਨਦੇ। ਇਹੋ ਜਿਹੀਆਂ ਗੱਲਾਂ ਕਰਕੇ ਅਸੀਂ ਮਿਲਦੇ ਜੁਲਦੇ ਹੀ ਨਹੀਂ ਗੇ, ਸੁਭਾਵਾਂ ਵੀ ਇਸ ਤਰ੍ਹਾਂ ਚੱਲਦੀਆਂ ਨੇ। ਪਰ ਡਿਜੀਟਲ ਮੀਡੀਅਮ ਦੇ ਉੱਤੇ ਇਹ ਮਜਬੂਰੀ ਨਹੀਂ ਰਹਿ ਜਾਂਦੀ। ਡਿਜੀਟਲ ਮੀਡੀਅਮ ਦੇ ਉੱਤੇ ਅਸੀਂ ਜਿੰਨੇ ਆਪਣੀ ਗੱਲ ਜਿਵੇਂ ਵੀ ਕਹਿਣੀ ਉਹ ਕਹਿ ਸਕਦਾ। ਜੋਗੀ ਦੀ ਜਿਹੜੀ ਮਾਂ ਬੋਲੀ ਹੈ ਉਹ ਹੈ ਹੀ ਨਹੀਂ ਕੋਈ। ਜੋਗੀ ਨੇ ਪਹਿਲੀ ਭਾਸ਼ਾ ਸਿੱਖੀ ਅੰਗਰੇਜ਼ੀ। ਜੇ ਅਸੀਂ ਪਹਿਲੀ ਭਾਸ਼ਾ ਸਿੱਖਣ ਨੂੰ ਮਾਂ ਬੋਲੀ ਕਹਿੰਦੇ ਆ ਤਾਂ ਜੋਗੀ ਦੀ ਮਾਂ ਤਾਂ ਅੰਗਰੇਜ਼ੀ ਨਹੀਂ ਬੋਲਦੀ। ਉਹਨੂੰ ਅੰਗਰੇਜ਼ੀ ਆਉਂਦੀ ਆ ਪਰ ਉਹ ਆਮ ਬੋਲ ਚਾਲ ਵਿੱਚ ਘਰ ਦੇ ਵਿੱਚ ਅੰਗਰੇਜ਼ੀ ਨਹੀਂ ਬੋਲਦੀ। ਸੋ ਪਰ ਜੋਗੀ ਦੀ ਪਹਿਲੀ ਭਾਸ਼ਾ ਜਿਹੜੀ ਹੈ ਉਹ ਉਹਦੀ ਮਾਂ ਦੀ ਭਾਸ਼ਾ ਨਹੀਂ ਹੈ, ਉਹ ਇਸ ਸਮਾਜ ਦੀ ਭਾਸ਼ਾ। ਜੋਗੀ ਦੀ ਕੋਈ ਮਾਂ ਬੋਲੀ ਨਹੀਂ, ਮਾਂ ਬੋਲੀ ਨਹੀਂ ਹੈ, ਉਹਦੀ ਸਮਾਜ ਬੋਲੀ। ਤਾਂ ਜੋਗੀ ਅੰਗਰੇਜ਼ੀ ਬੋਲਦਾ ਹੈ। ਉਸ ਤੋਂ ਬਾਅਦ ਜੋਗੀ ਦੀ ਪੰਜਾਬੀ ਬੋਲਣ 'ਚ ਰੁਚੀ ਘੱਟ ਸੀਗੀ। ਜੋਗੀ ਪੰਜਾਬੀ ਸਕੂਲ 'ਚ ਵੀ ਗਿਆ, ਉਹ ਸਿੱਖ ਵੀ ਲੈਂਦਾ ਸੀ, ਪਰ ਕਿਉਂਕਿ ਉਹਦੇ ਆਲੇ ਦੁਆਲੇ ਦਾ ਸਾਰਾ ਸਮਾਜ ਅੰਗਰੇਜ਼ੀ ਹੀ ਬੋਲਦਾ। ਹੁਣ ਮੈਨੂੰ ਜੋਗੀ ਦੇ ਤਜਰਬੇ ਤੋਂ ਇਹ ਸਮਝ ਆਈ ਕਿ ਬੋਲੀ ਸਿਰਫ ਇਸ ਤਰ੍ਹਾਂ ਨਹੀਂ ਸਿੱਖੀ ਜਾਂਦੀ ਕਿ ਮਾਂ ਪਿਓ ਬੋਲਦੇ ਹੋਣ। ਬੋਲੀ ਸਿੱਖਣ ਲਈ ਪੂਰਾ ਪਿੰਡ ਚਾਹੀਦਾ ਤੁਹਾਡੇ ਆਲੇ ਦੁਆਲੇ। ਬੱਚੇ ਦੇ ਜਿਹਨੂੰ ਕਹਿ ਲਓ ਵੀ ਦਾਦੇ, ਨਾਨੇ, ਚਾਚੇ, ਤਾਏ ਉਹ ਬੋਲਦੇ ਹੋਣ। ਇਹ ਸਾਰੇ ਰਿਸ਼ਤੇ ਤਾਂ ਹੁਣ ਇੱਥੇ ਹੈ ਹੀ ਨਹੀਂ। ਗਲੀ ਦੇ ਬਾਹਰ ਜੋਗੀ ਦਾ ਗੁਆਂਢੀ ਵੀ ਪੰਜਾਬੀ ਬੋਲਦਾ ਹੋਵੇ, ਗਲੀ ਦੀ ਨੁੱਕਰ ਤੇ ਬੈਠਾ ਦੁਕਾਨਦਾਰ ਪੰਜਾਬੀ ਬੋਲਦਾ ਹੋਵੇ, ਜੋਗੀ ਸਕੂਲ ਜਾਵੇ ਉੱਥੇ ਪੰਜਾਬੀ ਬੋਲੀ ਜਾਂਦੀ ਹੋਵੇ, ਜਿਹੜੇ ਰਿਸ਼ਤੇਦਾਰ ਨੂੰ ਦੋਸਤ ਨੂੰ ਮਿਲੇ ਉੱਥੇ ਪੰਜਾਬੀ ਬੋਲੀ ਜਾ ਰਹੀ ਹੋਵੇ, ਫਿਰ ਬੱਚਾ ਬੋਲੀ ਸਕਦਾ, ਵਰਨਾ ਬੱਚਾ ਨਹੀਂ ਸਕਦਾ। ਅਗਰ ਆਪਾਂ ਇੰਟਰਨੈਟ ਤੇ ਜਾਂਦੇ ਹਾਂ, ਆਨਲਾਈਨ ਦੇਖਦੇ ਹਾਂ, ਬਹੁਤ ਭਰਵੀਆਂ ਐਸੀਆਂ ਡਿਸਕਸ਼ਨਸ ਹੋ ਰਹੀਆਂ ਨੇ,
ਅੰਗਰੇਜ਼ੀ ਦੇ ਵਿੱਚ ਤੁਸੀਂ ਦੇਖੋਗੇ 4 ਬਹੁਤ ਹੀ ਸੂਝਵਾਨ ਬੰਦੇ ਬੈਠ ਕੇ ਕਿਸੇ ਵਿਸ਼ੇ ਤੇ ਡਿਸਕਸ਼ਨ ਕਰ ਰਹੇ ਨੇ। ਸਭ ਕੁਝ ਤੁਹਾਨੂੰ ਆਨਲਾਈਨ ਅਵੇਲੇਬਲ ਹੈ, ਫ੍ਰੀ ਆਫ ਕਾਸਟ ਅਵੇਲੇਬਲ ਹੈ, ਔਰ ਤੁਸੀਂ ਵਾਕਈ ਉਸਨੂੰ ਉਸ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ, ਆਪਣੀ ਚੇਤਨਾ ਨੂੰ ਇੱਕ ਲੈਵਲ ਤੇ ਜੇ ਆਪਾਂ ਗਰੋ ਵੀ ਨਾ ਕਹੀਏ ਤਾਂ ਇੱਕ ਲੈਵਲ ਤੇ ਉਸ ਚੇਤਨਾ ਦੀ ਐਵੋਲੂਸ਼ਨ ਨੂੰ ਤੁਸੀਂ ਸੈਂਸ ਕਰਦੇ ਹੋ। ਤੁਸੀਂ ਦੇਖਦੇ ਹੋ ਕਿ ਵਾਕਈ ਪੂਰੀ ਦੁਨੀਆ 'ਚ ਕੀ ਹੋ ਰਿਹਾ, ਜਿਹੜੀ ਸੋਚ ਹੈ, ਜਿਹੜੀ ਸਮਝ ਹੈ, ਔਰ ਸਮਝ ਦੇ ਦਾਇਰੇ ਕਿਸ ਤਰ੍ਹਾਂ ਵਸੀਹ ਹੁੰਦੇ ਜਾ ਰਹੇ ਹੈ। ਪਰ ਜੇ ਤੁਸੀਂ ਈਵਨ ਹਿੰਦੀ ਦੇ ਵਿੱਚ, ਉਰਦੂ ਦੇ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਡਿਸਕਸ਼ਨਸ ਮਿਲਦੀਆਂ। ਪੰਜਾਬੀ ਦੇ ਵਿੱਚ ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਹੈ, ਸਿਰਫ ਅਖੀਰ ਦੇ ਵਿੱਚ ਕੁਝ ਵੀ ਹੱਥ ਪੱਲੇ ਨਹੀਂ ਪੈਂਦਾ। ਔਰ ਇਹ ਸਵਾਲ ਮੇਰੇ ਲਈ ਵੀ ਹੈ ਕਿ ਕਿਉਂ ਜਿਹੜੇ ਪੰਜਾਬੀ ਦੇ ਸੂਝਵਾਨ ਲੋਕ ਹੈ, ਜਾਂ ਕਿਉਂ ਐਸੇ ਪਲੇਟਫਾਰਮ, ਜਾਂ ਕਿਉਂ ਐਸੀਆਂ ਸੰਭਾਵਨਾਵਾਂ ਨੂੰ ਉਹ ਵਰਤ ਨਹੀਂ ਪਾ ਰਹੇ ਹੈ, ਕੀ ਚੱਕਰ ਹੈ? ਇਸ ਦੇ ਵਿੱਚ ਮੈਂ ਸਿਰਫ ਇਹ ਕੋਈ ਮਤਲਬ ਸ਼ਿਕਾਇਤ ਨਹੀਂ ਹੈ, ਇਹ ਸਮਝਣ ਦਾ ਤੇ ਸੋਚਣ ਦਾ ਵਿਸ਼ਾ ਹੈ। ਇੱਕ ਚੀਜ਼ ਮੈਂ ਬਹੁਤ ਗਹਿਰਾਈ ਨਾਲ ਸਮਝਦੀ ਹਾਂ ਕਿ ਅਗਰ ਇਸ ਤਰ੍ਹਾਂ ਦੀਆਂ ਕੋਈ ਡਾਇਲੌਗ, ਕੋਈ ਡਿਸਕਸ਼ਨ ਅਗਰ ਆਨਲਾਈਨ ਆਉਂਦੀਆਂ ਵੀ ਨੇ ਤਾਂ ਕ੍ਰਿਟਿਸਿਜ਼ਮ ਹਰ ਚੀਜ਼ ਦਾ ਹੁੰਦਾ ਹੈ, ਕ੍ਰਿਟਿਸਿਜ਼ਮ ਹਮੇਸ਼ਾ ਵੈਲਕਮ ਹੈ। ਪਰ ਨੈਗੇਟਿਵ ਕ੍ਰਿਟਿਸਿਜ਼ਮ ਤੋਂ ਸ਼ਾਇਦ ਜਿਹੜੇ ਬਹੁਤ ਸੰਵੇਦਨਸ਼ੀਲ ਲੋਕ ਨੇ, ਸ਼ਾਇਦ ਉਹ ਡਰ ਵਰਡ ਨਹੀਂ, ਸ਼ਾਇਦ ਉਹ ਉਸਨੂੰ ਅਵੋਇਡ ਕਰਨਾ ਚਾਹੁੰਦੇ ਆ, ਉਸ ਸਿਚੁਏਸ਼ਨ ਨੂੰ ਕਿ ਛੱਡੋ। ਹਾਂ, ਮੈਨੂੰ ਲੱਗਦਾ ਜਦੋਂ ਆਪਾਂ ਡਿਜੀਟਲਾਈਜੇਸ਼ਨ ਦੇ, ਔਰ ਇਹ ਵੀ ਬੜਾ ਸਵਾਲ ਕਈ ਵਾਰ ਉੱਭਰ ਕੇ ਆਉਂਦਾ ਹੈ ਕਿ ਕਲਮ ਕਾਗਜ਼ ਨਾਲ ਤੁਹਾਡਾ ਇੱਕ ਰਿਸ਼ਤਾ ਹੁੰਦਾ ਹੈ, ਔਰ ਜੇ ਤੁਸੀਂ ਆਨਲਾਈਨ ਹੀ ਸਾਰਾ ਕੁਝ ਪੜ੍ਹ ਰਹੇ ਹੋ, ਅਗਰ ਉੱਥੋਂ ਕਾਗਜ਼ ਮੰਨਫੀ ਹੋ ਗਿਆ ਤਾਂ ਸ਼ਾਇਦ ਉਸਦਾ ਤੁਹਾਡੀ ਰਿਸੈਪਸ਼ਨ ਤੇ ਕੋਈ ਪ੍ਰਭਾਵ ਪਏਗਾ। ਮੈਂ ਪਰਸਨਲੀ ਮੈਂ ਇਸ ਤਰ੍ਹਾਂ ਨਹੀਂ ਸਮਝਦੀ। ਮੈਂ ਤਕਰੀਬਨ, ਮੇਰਾ ਖਿਆਲ ਹੈ ਮੈਂ 70% ਤੋਂ ਜ਼ਿਆਦਾ ਜੋ ਵੀ ਪੜ੍ਹਦੀ ਹਾਂ ਆਨਲਾਈਨ ਪੜ੍ਹਦੀ ਹਾਂ। ਮੈਨੂੰ ਕਦੇ ਐਸੀ ਦਿੱਕਤ ਨਹੀਂ ਆਈ ਹੈ। ਆਨਲਾਈਨ ਵੀ ਤੁਸੀਂ ਨੋਟਸ ਲੈ ਸਕਦੇ ਹੋ, ਸਾਰਾ ਕੁਝ ਟੂਲਸ ਤੁਹਾਡੇ ਕੋਲ ਹੁੰਦੇ ਹੈ, ਜਿਸ ਵੀ ਫਾਰਮੈਟ 'ਚ ਤੁਸੀਂ ਕੰਮ ਕਰ ਰਹੇ ਹੋ। ਬਲਕਿ ਮੈਨੂੰ ਉਹ ਜ਼ਿਆਦਾ ਈਜ਼ੀ ਲੱਗਦਾ ਹੈ, ਜ਼ਿਆਦਾ ਕਲੀਨ ਲੱਗਦਾ ਹੈ, ਔਰ ਜ਼ਿਆਦਾ ਐਫੀਸ਼ੀਐਂਟ ਲੱਗਦਾ ਹੈ। ਅਤੇ ਜਿੱਥੋਂ ਤੱਕ ਪੰਜਾਬੀ ਪੋਇਟਰੀ ਦੇ ਨੂੰ ਡਿਜੀਟਲ ਪਲੈਟਫਾਰਮ 'ਤੇ ਲਿਆਉਣ ਦੀ ਗੱਲ ਹੈ, ਉਹਦੇ ਵਾਸਤੇ ਡਿਜੀਟਲ ਜਾਂ ਆਨਲਾਈਨ ਪਲੈਟਫਾਰਮ ਜ਼ਰੂਰੀ ਨੇ। ਕੁਝ ਲੋਕ ਉਪਰਾਲੇ ਕਰ ਰਹੇ ਨੇ, ਪਰ ਹੋਰ ਹੋਣੇ ਚਾਹੀਦੇ ਨੇ। ਪਰ ਇਸ ਵਾਸਤੇ ਮੇਰਾ ਪਰਸਨਲ ਵਿਚਾਰ ਇਹ ਹੈ ਕਿ ਕੰਮ ਤਦ ਹੀ ਹੋਏਗਾ ਜੇ ਪੰਜਾਬੀ ਲਿਖਣ ਵਾਲੇ ਆਪਣੇ ਆਪ ਨੂੰ ਐਜੂਕੇਟ ਕਰਨ ਅਤੇ ਜੋ ਅਵੇਲੇਬਲ ਹੈ ਉਸ ਦੀ ਵਰਤੋਂ ਸਿੱਖਣ। ਜੋ ਕਮੀਆਂ ਨੇ ਉਹ ਤਦ ਹੀ ਪੂਰੀਆਂ ਹੋ ਸਕਦੀਆਂ ਨੇ ਜੇ ਪਹਿਲਾਂ ਜੋ ਅਵੇਲੇਬਲ ਹੈ ਉਹਨੂੰ ਚੰਗੀ ਤਰ੍ਹਾਂ ਵਰਤਿਆ ਜਾਏ। ਰਿਐਲਿਟੀ ਇਹ ਹੈ ਕਿ ਜੋ ਟੂਲਸ ਇਸ ਵੇਲੇ ਬਣ ਚੁੱਕੇ ਨੇ, ਬਹੁਤ ਵੱਡੀ ਗਿਣਤੀ 'ਚ ਜਿਹੜੇ ਪੰਜਾਬੀ ਲਿਖਦੇ ਨੇ, ਪੰਜਾਬੀ ਪੋਇਟ ਨੇ, ਉਹਨਾਂ ਨੂੰ ਉਹਨਾਂ ਦਾ ਪਤਾ ਵੀ ਨਹੀਂ ਹੈ। ਸੋ ਪਹਿਲੀ ਗੱਲ ਅਵੇਅਰਨੈਸ ਦੀ ਹੈ ਮੇਰੇ ਹਿਸਾਬ ਨਾਲ। ਅਤੇ ਜੇ ਕੈਨੇਡਾ ਦੇ ਪੰਜਾਬੀ ਪੋਇਟਸ ਵਾਸਤੇ ਇੱਕ ਡੈਡੀਕੇਟਡ ਫੇਸਬੁੱਕ ਪੇਜ ਹੀ ਸ਼ੁਰੂ ਕੀਤਾ ਜਾ ਸਕੇ ਤਾਂ ਇਹ ਵਧੀਆ ਸ਼ੁਰੂਆਤ ਹੋ ਸਕਦੀ ਹੈ। ਇਸ ਤੋਂ ਪਤਾ ਲੱਗ ਸਕਦਾ ਕਿ ਅਜਿਹੇ ਕਿਸੇ ਉਪਰਾਲੇ 'ਚ ਕਿੰਨੀ ਕੁ ਸੰਭਾਵਨਾ ਹੋ ਸਕਦੀ ਹੈ, ਉਹਦੇ 'ਚ ਕੀ ਮੁਸ਼ਕਲਾਂ ਹੋ ਸਕਦੀਆਂ। ਅਤੇ ਦੂਸਰਾ, ਉਹ ਬਹੁਤ ਸਾਰੀਆਂ ਸੁਜੈਸ਼ਨ ਲਈ ਵੀ ਰਾਹ ਖੋਲ੍ਹੇਗਾ, ਔਰ ਜੋ ਅਵੇਲੇਬਲ ਹੈ ਉਹ ਵੀ ਉਸ 'ਤੇ ਸ਼ੇਅਰ ਕੀਤਾ ਜਾ ਸਕਦਾ। ਸੋ ਉਸ ਪਾਸੇ ਨੂੰ ਅੱਗੇ ਵਧਣ ਲਈ ਇਹ ਜ਼ਰੂਰੀ ਹੈ। ਔਰ ਇਸੇ ਸਿਲਸਿਲੇ ਦੇ ਵਿੱਚ ਜਿਹੜੀਆਂ ਕੈਨੇਡਾ ਦੇ ਪੰਜਾਬੀ ਪੋਇਟਸ ਦੀਆਂ ਜ਼ੂਮ ਮੀਟਿੰਗਾਂ ਵੀ ਹੋ ਸਕਦੀਆਂ, ਉਹ ਵੀ ਇਸ ਪਾਸੇ ਨੂੰ ਅੱਗੇ ਵਧਣ 'ਚ ਹੈਲਪ ਕਰ ਸਕਦੀਆਂ। ਅਤੇ ਅਖੀਰ ਦੇ ਵਿੱਚ ਮੈਂ ਨਿੱਜੀ ਤੌਰ 'ਤੇ ਜਿਹੜੇ ਇਸ ਤਰ੍ਹਾਂ ਦੇ ਰੁਝਾਨ ਨੇ ਲਿਟਰੇਚਰ ਦਾ ਜਾਂ ਕਵਿਤਾ ਦਾ ਡਿਜੀਟਲ ਪਲੈਟਫਾਰਮ 'ਤੇ ਜਾਣਾ, ਆਨਲਾਈਨ ਪਲੈਟਫਾਰਮ 'ਤੇ ਜਾਣਾ, ਜਾਂ ਡਿਜੀਟਲ ਟੂਲ ਦਾ ਪਾਪੂਲਰ ਹੋਣਾ, ਸੋਸ਼ਲ ਮੀਡੀਆ ਦਾ ਪਾਪੂਲਰ ਹੋਣਾ, ਮੈਂ ਇਹਨਾਂ ਨੂੰ ਕਿਸੇ ਨੈਤਿਕ ਅੱਖ ਨਾਲ, ਨੈਤਿਕ ਐਨਕ ਨਾਲ ਦੇਖਣ ਦੇ ਹੱਕ 'ਚ ਨਹੀਂ। ਕਿਉਂਕਿ ਇਹ ਕਹਿਣਾ ਕਿ ਕੀ ਗਲਤ ਹੈ ਜਾਂ ਕੀ ਠੀਕ ਹੈ, ਇਹ ਸ਼ਾਇਦ ਸਹੀ ਅਪਰੋਚ ਨਹੀਂ ਹੈ। ਇਹਨੂੰ ਅਸੀਂ ਅੱਜ ਦੇ ਯੁੱਗ ਦੀ ਇੱਕ ਹਕੀਕਤ ਦੇ ਤੌਰ 'ਤੇ ਲਈਏ ਅਤੇ ਉਸ ਨੂੰ ਸਵੀਕਾਰ ਕਰਦੇ ਹੋਏ ਜੋ ਕਰਨ ਦੀ ਲੋੜ ਹੈ ਉਹ ਕਰਨਾ ਚਾਹੀਦਾ। ਜਦੋਂ ਹੱਥ ਲਿਖਤਾਂ ਦੀ ਥਾਂ ਪ੍ਰਿੰਟਿੰਗ ਪ੍ਰੈਸ ਆਈ ਹੋਏਗੀ, ਉਦੋਂ ਵੀ ਇਹ ਸਵਾਲ ਕੁਝ ਲੋਕਾਂ ਸਾਹਮਣੇ ਹੋਏਗਾ ਕਿ ਕੀ ਇਹ ਗਲਤ ਹੈ ਜਾਂ ਠੀਕ ਹੈ। ਅਤੇ ਰਿਐਲਿਟੀ ਇਹ ਹੈ ਕਿ ਸਾਨੂੰ ਅੱਜ ਵੀ ਨਹੀਂ ਪਤਾ ਕਿ ਹੱਥ ਲਿਖਤਾਂ ਦੀ ਥਾਂ 'ਤੇ ਛਪੀਆਂ ਕਿਤਾਬਾਂ ਦਾ ਆਉਣਾ ਗਲਤ ਸੀ ਜਾਂ ਠੀਕ ਸੀ। ਪਰ ਇੰਨਾ ਜ਼ਰੂਰ ਅਸੀਂ ਕਹਿ ਸਕਦੇ ਹਾਂ, ਇਹ ਇੱਕ ਰਿਐਲਿਟੀ ਹੈ, ਇੱਕ ਹਕੀਕਤ ਹੈ। ਅਤੇ ਸੇਮ ਗੱਲ ਅਸੀਂ ਡਿਜੀਟਲ ਵਰਲਡ ਬਾਰੇ ਕਹਿ ਸਕਦੇ ਹਾਂ।
ਕਿ ਇਹ ਅੱਜ ਦੇ ਯੁੱਗ ਦੀ ਹਕੀਕਤ ਹੈ ਤੇ ਅਸੀਂ ਇਸ ਤੋਂ ਬਚ ਨਹੀਂ ਸਕਦੇ। ਕਾਸ਼ ਇਹੋ ਜਿਹੇ ਵਿਕਸਿਤ ਕੀਬੋਰਡ ਹੀ ਆ ਜਾਣ ਜਿਵੇਂ ਸਮਾਰਟਫੋਨਾਂ ਤੇ ਜਾਂ ਆਈਪੈਡਾਂ ਤੇ ਉਪਲਬਧ ਨੇ, ਉਹੋ ਜਿਹੀ ਲੈਪਟਾਪ ਕੰਪਿਊਟਰ ਵਗੈਰਾ ਤੇ ਹੀ ਆ ਜਾਣ ਕਿ ਬਟਨ ਦੱਬੋ ਤਾਂ ਇੰਗਲਿਸ਼, ਦੁਬਾਰਾ ਦੱਬੋ ਤਾਂ ਗੁਰਮੁਖੀ, ਫਿਰ ਦੱਬੋ ਤਾਂ ਦੇਵਨਾਗਰੀ, ਤੇ ਇਸੇ ਤਰ੍ਹਾਂ ਹੋਰ ਭਾਸ਼ਾਵਾਂ। ਬਸ ਉਹ ਬਟਨ ਦੱਬੋ, ਉਸ ਭਾਸ਼ਾ ਦੇ ਫੌਂਟ ਤੁਹਾਨੂੰ ਸਾਹਮਣੇ ਅੱਖਰ ਦਿਸਣ ਲੱਗ ਜਾਣ, ਲਾਵਾਂ ਦਲਾਵਾਂ ਦਿਸਣ ਲੱਗ ਜਾਣ, ਸਾਰਾ ਕੁਛ ਮਾਤਰਾਵਾਂ ਤੇ ਸਾਰੀਆਂ, ਤੇ ਜੋ ਬਿੰਦੀਆਂ ਪੈਰਾਂ 'ਚ ਪੈਣੀਆਂ, ਸਭ ਕੁਛ ਉਹਦੇ ਵਿੱਚ ਆ ਜਾਵੇ। ਇਹ ਮੇਰਾ ਸੁਪਨਾ ਆ ਵੀ, ਜਾਂ ਇਹਦੇ ਤੇ ਲੋਕ ਕੰਮ ਕਰ ਰਹੇ ਹੈਗੇ ਆ। ਇਹ ਤਾਂ ਤੁਹਾਨੂੰ ਹੀ ਪਤਾ ਹੋਊਗਾ, ਮੈਂ ਤਾਂ ਹੁਣੇ ਤੁਹਾਡੀ ਆਡੀਓ ਸੁਣੀ ਹੈ ਤੇ ਜੋ ਮਨ 'ਚ ਆਇਆ ਕਹਿਤਾ। ਨਾ ਤਾਂ ਮੈਂ ਇਸ ਤਕਨੀਕ ਦੀ ਮਾਹਿਰ ਹਾਂ, ਨਾ ਕੋਈ ਵੱਡੀ ਵਿਦਵਾਨ ਹੈ। ਬਸ ਇਹ ਰੀਝ ਜਿਹੀ ਜ਼ਰੂਰ ਹੈ ਕਿ ਇਹੋ ਜਿਹਾ ਇੱਕ ਅਮੀਰ ਸੌਫਟਵੇਅਰ ਹੋਵੇ, ਇੱਕੋ ਹੀ ਹੋਵੇ ਜਿਹਨੂੰ ਸਾਰੇ ਪੰਜਾਬੀ ਵਾਲੇ ਵਰਤਣ, ਕੋਈ ਕਨਫਿਊਜ਼ਨ ਹੀ ਨਾ ਰਵੇ, ਨਾ ਠੀਕ ਗਲਤ ਸ਼ਬਦ ਦਾ ਕਨਫਿਊਜ਼ਨ ਰਵੇ, ਨਾ ਪੈਰਾਂ 'ਚ ਬਿੰਦੀਆਂ ਦਾ, ਨਾ ਬਚਨਾਂ ਬਹੁ ਬਚਨਾਂ ਦਾ, ਤੇ ਨਾ ਯੂਨੀਕੋਡ ਦਾ, ਕੋਡ ਦਾ, ਸਾਰਾ ਕੁਝ ਇੱਕ ਸੌਫਟਵੇਅਰ ਜਿਹੜਾ ਮੇਨ ਹੋਵੇ, ਉਹ ਸਾਰੀਆਂ ਜਿਹੜੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ, ਤਾਂ ਲੋਕਾਂ ਨੂੰ ਪੰਜਾਬੀ ਵਿੱਚ ਲਿਖਣਾ ਵੀ ਬਹੁਤ ਸੌਖਾ ਹੋ ਜਾਊਗਾ ਤੇ ਲੋਕ ਲਿਖਣਗੇ ਵੀ, ਤੇ ਸੱਚਮੁੱਚ ਜਿਹੜੀ ਪੰਜਾਬੀ ਆ ਉਹ ਆਪਣਾ ਖਾਸ ਜਿਹੜਾ ਮੁਕਾਮ ਆ ਉਹ ਹਾਸਿਲ ਕਰਕੇ ਰਹੂਗੀ। ਇਹ ਮੇਰੀ ਰੀਝ ਹੈ। ਧੰਨਵਾਦ ਜੀ। ਘੱਟੋ ਘੱਟ ਇੱਕ ਯੂਨੀਕੋਡ ਹੋਵੇ ਜਿਹਨੂੰ ਤੁਸੀਂ ਨੱਪ ਕੇ ਜਦੋਂ ਵੀ ਮੰਨ ਲਓ ਮੈਂ ਕਵਿਤਾ ਲਿਖਦਾ, ਮੇਰੇ ਮਨ ਦੇ ਵਿੱਚ ਜਦੋਂ ਵੀ ਕੋਈ ਸੁਰਤ ਜਾਂ ਕਵਿਤਾ ਦੀ ਕੋਈ ਲਾਈਨ ਆਉਂਦੀ ਹੈ ਨਾ, ਬਜਾਏ ਇਸ ਦੇ ਕਿ ਮੈਂ ਜਿਵੇਂ ਪਹਿਲਾਂ ਵੀ ਕੋਈ ਕਾਗਜ਼ ਲੱਭਦਾ, ਪੈਨ ਲੱਭਦਾ ਜਾਂ ਕੁਛ, ਵੀ ਇਹ ਜਿਹੀ ਹੋ ਜਾਵੇ ਵੀ ਉਸੇ ਲਹਿਰ ਨੂੰ ਉਸੇ ਵਕਤ ਮੈਂ ਇੱਕ ਬਟਨ ਨੱਪਾਂ ਅਤੇ ਜੋ ਮੇਰੀ ਕਵਿਤਾ ਦੇ ਵਿੱਚ ਕੋਈ ਸ਼ੇਅਰ ਆਇਆ ਜਾਂ ਕੋਈ ਥਾਟ ਆਈ ਹੈ, ਉਸਨੂੰ ਉਸੇ ਰੂਪ ਦੇ ਵਿੱਚ ਰਿਕਾਰਡ ਕਰ ਸਕਦਾ ਹੋਵਾਂ, ਉਸੇ ਰੂਪ ਦੇ ਵਿੱਚ ਉਹ ਲਿਖੀ ਜਾ ਸਕਦੀ ਹੋਵੇ ਰਾਈਟ ਵੇ। ਜੇ ਉਸਨੂੰ ਮੈਨੂੰ ਉਹ ਕੰਪਿਊਟਰ 'ਤੇ ਜਾ ਕੇ ਜਾਂ ਅਲੱਗ-ਅਲੱਗ ਉਹ ਪੇਜ ਖੋਲ੍ਹਣੇ ਪੈਂਦੇ ਆ ਜਾਂ ਕੁਛ ਕਰਨੇ ਪੈਂਦੇ ਆ, ਅਤੇ ਉਹ ਜਿਹੜੀ ਉਹਦੀ ਲੈਅ ਟੁੱਟ ਜਾਂਦੀ ਹੈ ਜਾਂ ਉਹ ਚੀਜ਼ ਯਾਦ ਨਹੀਂ ਰਹਿੰਦੀ ਗੀ। ਇਹ ਜੇ ਹੋ ਜਾਵੇ ਵੀ ਇੱਕੋ ਦਮ ਜੋ ਵੀ ਤੁਹਾਡੇ ਦੇ ਵਿੱਚ ਥਾਟ ਆਈ ਹੈ ਨਾ, ਉਸ ਨੂੰ ਹੂਬਹੂ ਉਸੇ ਸ਼ੇਨਾ ਦੇ ਵਿੱਚ ਲਿਖਿਆ ਜਾ ਸਕਦਾ ਹੋਵੇ, ਬਹੁਤ ਵਧੀਆ। ਔਰ ਹੋ ਸਕਦਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਵੀ ਹੋ ਜਾਵੇ ਵੀ ਜਿਹੜੀਆਂ ਤੁਹਾਡੀਆਂ ਸਿਰਫ ਸੋਚ ਹੀ ਆਈ ਹੈ ਜਾਂ ਥਾਟ ਹੀ ਆਈ ਹੈ ਜਾਂ ਸੁਪਨਾ ਹੀ ਆਇਆ, ਉਸ ਨੂੰ ਵੀ ਅਸੀਂ ਮਤਲਬ ਕਿ ਲਿਖ ਸਕਦੇ ਹੋਈਏ ਜਾਂ ਰਿਕਾਰਡ ਕਰ ਸਕਦੇ ਹੋਈਏ ਵਿਦਆਊਟ ਬੋਲਿਆਂ। ਅਤੇ ਪਰ ਘੱਟੋ ਘੱਟ ਇਹ ਜ਼ਰੂਰ ਹੋਣਾ ਚਾਹੀਦਾ ਵੀ ਉਹ ਰਾਈਟ ਵੇ, ਜਿਹੜੀ ਵੀ ਤੁਹਾਡੇ ਦੇ ਦਿਮਾਗ ਦੇ ਵਿੱਚ ਕੋਈ ਸਤਰ ਆਈ ਹੈ, ਤੁਸੀਂ ਇੱਕ ਬਟਨ ਨੱਪੋ ਅਤੇ ਉਹ ਉਸੇ ਰੂਪ ਦੇ ਵਿੱਚ ਲਿਖੀ ਜਾ ਸਕਦੀ ਹੋਵੇ। ਅਤੇ ਇਹਦੇ ਨਾਲ ਬਹੁਤ, ਕਿਉਂਕਿ ਬਹੁਤ ਸਾਰੇ ਘੋਲੀ ਬੰਦੇ, ਬਹੁਤ ਸਾਰੇ ਹੋਰ ਕੰਮ ਕਾਜਾਂ 'ਚ ਉਲਝੇ ਬੰਦੇ ਜੋ ਕਵਿਤਾ ਦੀ ਸਤਰ ਨੂੰ ਬਾਅਦ 'ਚ ਵਸਾਰ ਦਿੰਦੇ ਆ, ਉਹ ਕਈ ਸਾਰੀਆਂ ਅਣਲਿਖੀਆਂ ਕਵਿਤਾਵਾਂ ਹੀ ਰਹਿ ਜਾਂਦੀਆਂ, ਅਣਲਿਖੀਆਂ ਥਾਟਾਂ ਹੀ ਰਹਿ ਜਾਂਦੀਆਂ। ਔਰ ਇਸ ਦਾ ਸਮਾਧਾਨ ਦੱਸੋ। ਥੈਂਕ ਯੂ ਜੀ। ਇਸ ਤੋਂ ਵਧੀਆ ਕੰਬੀਨੇਸ਼ਨ ਹੋਰ ਕੀ ਹੋ ਸਕਦਾ ਆ ਇਨਸਾਨ ਦੇ ਲਈ? ਕਿਸੇ ਨੂੰ ਕੁਛ ਸਿਖਾ ਸਕਣਾ ਤੇ ਕਿਸੇ ਕੋਲੋਂ ਕੁਛ ਸਿੱਖ ਸਕਣਾ। ਤੇ ਮੇਰਾ ਪੂਰਾ ਯਕੀਨ ਆ ਕਿ ਜਿਹੜੀ ਇੰਡੋ ਕਨੇਡੀਅਨ ਪੰਜਾਬੀ ਪੋਇਟਸ ਐਂਡ ਰੀਡਰਸ ਲੈਂਡਸਕੇਪ ਜਿਹੜਾ ਆ, ਇਹ ਸਾਹਿਤਕਾਰਾਂ ਤੇ ਪਾਠਕਾਂ ਦੇ ਲਈ ਵਿਚਾਰ ਸ਼ੇਅਰ ਕਰਨ ਨੂੰ, ਇੱਕ ਦੂਜੇ ਕੋਲੋਂ ਸਿੱਖਣ ਦਾ ਇਹ ਆਪਾਂ ਨੂੰ ਮੌਕਾ ਦਿੰਦੀ ਆ, ਤੇ ਆਪਾਂ ਨੂੰ ਸਾਰਿਆਂ ਨੂੰ ਇਹਦਾ ਫਾਇਦਾ ਉਠਾਉਣਾ ਚਾਹੀਦਾ। ਪ੍ਰੋਗਰਾਮ ਦੇ ਅਖੀਰ 'ਚ ਮੈਂ ਕੈਨੇਡਾ ਕਾਉਂਸਲ ਫਾਰ ਦਾ ਆਰਟਸ ਦਾ ਧੰਨਵਾਦ ਕਰਨਾ ਚਾਹਾਂਗਾ। ਉਹਨਾਂ ਸਭ ਮਿੱਤਰਾਂ, ਦੋਸਤਾਂ, ਕਵੀਆਂ, ਸ਼ੁਭ ਚਿੰਤਕਾਂ ਦਾ, ਪਾਠਕਾਂ ਦਾ, ਦਰਸ਼ਕਾਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ 'ਚ ਸਾਡਾ ਬਹੁਤ ਸਾਥ ਦਿੱਤਾ। ਔਰ ਇਸੇ ਤਰ੍ਹਾਂ ਹੀ ਪ੍ਰੋਗਰਾਮ ਦੇ ਤਕਨੀਕੀ ਪੱਖ 'ਚ
ਪ੍ਰੋਫੈਸਰ ਸੁਖਦੇਵ ਮਰੋਕੇ, ਪ੍ਰੋਫੈਸਰ ਬਤਰਾ ਅਤੇ ਅਖਿਲਪੁਰੀ ਹੋਣਾ ਨੇ ਬਹੁਤ ਸਾਡਾ ਸਾਥ ਦਿੱਤਾ। ਉਹਨਾਂ ਨੇ ਬੜੀ ਅੱਛੀ ਜਾਣਕਾਰੀ ਸਾਨੂੰ ਪ੍ਰੋਵਾਈਡ ਕੀਤੀ। ਬਹੁਤ ਹੀ ਨਾਮਵਰ ਕਵੀਆਂ ਦੀ ਇਸ ਵਿੱਚ ਸ਼ਮੂਲੀਅਤ ਰਹੀ। ਮੈਂ ਉਹਨਾਂ ਸਾਰੇ ਕਵੀਆਂ ਦਾ ਬਹੁਤ ਧੰਨਵਾਦੀ ਹਾਂ। ਇੱਕ ਮੈਂ ਵਿਸ਼ੇਸ਼ ਧੰਨਵਾਦ ਕਰਨਾ ਚਾਹਾਂਗਾ ਉਹਨਾਂ ਦਰਸ਼ਕਾਂ ਦਾ, ਉਹਨਾਂ ਪਾਠਕਾਂ ਦਾ, ਉਹਨਾਂ ਸੁਨੇਹੀਆਂ ਦਾ ਜਿਨ੍ਹਾਂ ਨੇ ਲਗਾਤਾਰ ਸਾਡੇ ਐਪੀਸੋਡ ਦੇਖੇ ਅਤੇ ਉਹਨਾਂ ਬਾਰੇ ਭਰਪੂਰ ਚਰਚਾ ਵੀ ਕੀਤੀ ਔਰ ਫੇਸਬੁੱਕ 'ਤੇ ਵੀ, ਯੂਟਿਊਬ 'ਤੇ ਵੀ ਬਣਦਾ ਸਰਦਾ ਉਹਨਾਂ ਨੇ ਆਪਣਾ ਪ੍ਰਤੀਕਰਮ ਵੀ ਦਿੱਤਾ। ਅਤੇ ਉਹ ਬਹੁਤ ਸਾਰੇ ਦਰਸ਼ਕ ਮੈਨੂੰ ਪਤਾ ਅਜਿਹੇ ਨੇ ਜਿਨ੍ਹਾਂ ਨੇ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਨਹੀਂ ਕਹਿਣੀ ਹੁੰਦੀ, ਪਰ ਮੈਨੂੰ ਇਹ ਵਿਸ਼ਵਾਸ ਹੈ ਕਿ ਸਾਡੇ ਇਹਨਾਂ 7 ਅੰਕਾਂ ਦਾ ਕੁਛ ਨਾ ਕੁਛ ਅਸਰ ਹਰ ਦੇਖਣ, ਪੜ੍ਹਨ, ਸੁਣਨ ਵਾਲੇ 'ਤੇ ਪਿਆ ਹੋਵੇਗਾ। ਅਸੀਂ ਉਹਨਾਂ ਸਾਰੇ ਹੀ ਦਰਸ਼ਕਾਂ ਦਾ ਦਿਲੋਂ ਸ਼ੁਕਰੀਆ ਅਦਾ ਕਰਨੇ ਹਾਂ। ਅਸੀਂ ਇਹ ਉਮੀਦ ਕਰਦੇ ਹਾਂ ਕਿ ਅਸੀਂ ਡਿਜੀਟਲ ਦਿਸ਼ਾ 'ਚ ਕੁਝ ਹੋਰ ਨਵੇਂ ਕਦਮ ਲਵਾਂਗੇ ਜਿਹੜੇ ਸਾਡੇ ਦਰਸ਼ਕਾਂ ਦੇ ਹਾਣ ਦੇ ਹੋਣਗੇ। ਤਦ ਤੱਕ ਖੁਦਾ ਹਾਫਿਜ਼, ਅੱਲਾ ਮਿਹਰਬਾਨ। ਕਿਸੇ ਡਿਜੀਟਲ ਮੋੜ 'ਤੇ ਫੇਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ।